ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜੀ ਨੂੰ ਦੱਸਿਆ ਗਿਆ ਸੀ, ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ ਤੋਂ ਬਾਅਦ ਜਿਹੜਾ ਸਿੱਖ ਦਾ ਸ਼ਿਖਰ ਹੈ, ਜਿਸ ਦੀ ਪ੍ਰਾਪਤੀ ਸਿੱਖ ਨੇ ਕਰਨੀ ਹੈ, ਉਹ ਆਨੰਦ। ਅਤੇ ਆਨੰਦ ਨੂੰ ਸ਼ਬਦਾਂ 'ਚ ਡਿਫਾਈਨ ਕਰਨਾ ਮੇਰੇ ਤੇ ਵੱਸ ਦੀ ਗੱਲ ਨਹੀਂ ਹੈ। ਬਟ ਮੈਂ ਇਨਵਾਈਟ ਕਰਨਾ ਚਾਹਾਂਗਾ ਰਾਜਵੀਰ ਵੀਰ ਜੀ ਨੂੰ, ਔਰ ਟਾਈਮ ਜਿੰਨਾ ਉਹਨਾਂ ਦਾ ਜ਼ਿਆਦਾ ਲੈ ਲਈਏ ਸਾਡੇ ਵਾਸਤੇ ਉਹ ਬਹੁਤ ਬੇਸ਼ਕੀਮਤੀ ਹੋਏਗਾ। ਰਾਜਵੀਰ ਵੀਰ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਾਹਿਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਲੇਪਾ ਤੋਹਿ ਸੰਗ ਸਮਾਈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਪਿਤਾ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਵਾਸੀ ਅਨੰਦਪੁਰ ਸਾਹਿਬ ਜੀ। ਧੰਨ ਗੁਰੂ ਨਾਨਕ ਸਾਹਿਬ ਹਜ਼ੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਲੈਣ ਕੀ ਆਏ ਹਾਂ? ਇਸ ਜੀਵਨ ਵਿੱਚ ਅਸੀਂ ਕੀ ਲੈਣ ਆਏ ਹਾਂ ਮਹਾਰਾਜ? ਬਚਪਨ ਵਿੱਚ ਖੇਡਦੇ ਸੀ, ਪੜ੍ਹਾਈ ਕੀਤੀ, ਕਰੀਅਰ ਬਣਾਇਆ, ਵਿਆਹ ਕੀਤਾ, ਜੀਵਨ ਜੀਆ। ਇਸ ਜੀਵਨ ਵਿੱਚ ਕੀ ਹੈ? ਕੀ ਇਹੀ ਜੀਵਨ ਹੈ? ਇਹਦੇ ਅੱਗੇ ਵੀ ਕੁਝ ਹੋਰ ਜੀਵਨ ਹੈ ਜਾਂ ਇਹੀ ਜੀਵਨ ਹੈ? ਅਸੀਂ ਜਦੋਂ ਇਹ ਜੀਵਨ ਜੀ ਰਹੇ ਹਾਂ ਤਾਂ ਅਸੀਂ ਲੱਭ ਕੀ ਰਹੇ ਹਾਂ? ਅਸੀਂ ਸਾਰੇ ਸੁਖ ਲੱਭਦੇ ਹਾਂ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੁਖ ਲੱਭਦੇ ਹਾਂ ਔਰ ਸਦਾ ਲਈ ਲੱਭਦੇ ਹਾਂ। ਕੀ ਇਸ ਦੁਨੀਆ ਵਿੱਚ ਵਿਚਰਦੇ ਹੋਏ ਸਾਨੂੰ ਜੋ ਐਕਸਪੀਰੀਅੰਸ ਹੋਇਆ, ਐਕਸਪੀਰੀਅੰਸ ਕੀ ਸਿਖਾ ਰਿਹਾ ਹੈ? ਕਿ ਇਹਦੇ ਵਿੱਚ ਸਦਾ ਲਈ ਸੁਖ ਹੈ? ਸਾਨੂੰ ਪੇਨ ਕੀ ਸਿਖਾਉਂਦਾ ਹੈ? ਪੇਨ, ਦਰਦ, ਜਿਤਨੇ ਵੀ ਇਨਸੀਡੈਂਸਿਸ ਹੁੰਦੇ ਹੈ ਦੁਨੀਆ ਵਿੱਚ, ਜੀਵਨ ਵਿੱਚ, ਉਹ ਸਭ ਐਨਰਜੀ ਸੈਂਟਰਸ ਹਨ। ਦੁੱਖ ਆਇਆ, ਸੁੱਖ ਆਇਆ। ਇਹ ਜਿਵੇਂ ਚੁਰਾਹੇ ਹਨ, ਸੜਕਾਂ ਦੇ ਚੁਰਾਹੇ ਹਨ ਜਿੱਥੇ ਅਸੀਂ ਰਸਤਾ ਬਦਲ ਸਕਦੇ ਹਾਂ। ਇਹ ਜਿਹੜੇ ਗਹਿਨ ਐਨਰਜੀ ਸੈਂਟਰ ਸੁੱਖ ਔਰ ਦੁੱਖ ਦੇ ਹੁੰਦੇ ਹੈ, ਇਹ ਵੀ ਚੁਰਾਹੇ ਦੀ ਤਰ੍ਹਾਂ ਹਨ। ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਡੀਲ ਕਰਦੇ ਹਾਂ, ਇਹ ਸਾਡਾ ਜੀਵਨ ਡਿਫਾਈਨ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਦੁੱਖ ਦਾਰੂ ਸੁਖ ਰੋਗ ਪਿਆ। ਦੁੱਖ ਨੂੰ ਮੈਂ ਕਿਵੇਂ ਅਪਰੋਚ ਕੀਤਾ ਕਿ ਉਹ ਦਾਰੂ ਬਣ ਗਿਆ, ਮੇਰਾ ਹੀਲਰ ਬਣ ਗਿਆ। ਦੁੱਖ ਹੀਲਰ ਬਣ ਗਿਆ ਮਹਾਰਾਜ। ਮੇਰੇ ਕੋਲ ਤੇ ਰੋਜ਼ ਦੁੱਖ ਆਉਂਦਾ, ਮੈਂ ਪਰੇਸ਼ਾਨ ਹੁੰਦਾ ਇਸ ਤੋਂ। ਮੈਂ ਕਿਵੇਂ ਗਲਤ ਅਪਰੋਚ ਕਰ ਰਿਹਾ ਦੁੱਖ ਨੂੰ? ਦਰਅਸਲ ਇੱਕ
ਵੱਡਾ ਰੋਗ ਹੈ ਦੁਨੀਆ ਵਿੱਚ। महाराज कहते हैं हौमे दीर्घ रोग है, दारू भी इसमा है। हौमे ईगो एक रोग है। इस करके असी अगर हौमे विच विचरांगे या मेरे जीवन की फाउंडेशन अगर हौमे और ईगो होएगी तो मेरा मन रोगी होएगा। साइकोलॉजी अज कहती है, एडमिट करती है कि हर जने विच मानसिक रोग हैं। ਅਸੀਂ ਐਕਸਪੈਕਟੇਸ਼ਨ ਵਿੱਚ ਜੀਵਨ ਜੀਂਦੇ ਹਾਂ, ਉਮੀਦਾਂ ਵਿੱਚ ਜੀਵਨ ਜੀ ਰਹੇ ਹਾਂ, ਜੀਵਨ ਤੋਂ ਉਮੀਦ ਰੱਖਦੇ ਹਾਂ, ਪਰ ਜਿਹੜੀ ਉਮੀਦ ਰੱਖਦੇ ਹਾਂ ਕਿ ਉਹ ਜੀਵਨ ਉਹ ਡਿਲੀਵਰ ਕਰ ਸਕਦਾ ਹੈ, ਇਹ ਸਾਨੂੰ ਗਿਆਨ ਨਹੀਂ ਹੈ। ਦੋ ਤਰ੍ਹਾਂ ਦਾ ਪੱਖ ਇਸ ਦੇਸ਼ ਵਿੱਚ ਹੋਇਆ। ਇੱਕ ਨੇ ਕਿਹਾ ਕਿ ਜੀਵਨ ਬੇਅਰਥ ਹੈ, ਮੈਂ ਦੁਨੀਆ ਨੂੰ ਛੱਡ ਦਿਆਂਗਾ, ਪਹਾੜਾਂ ਚਲਾ ਜਾਵਾਂ। ਤਾਂ ਯੋਗੀ अचल बटाले की गल उपरों सुमेर पर्वत चले गए, दुनिया नूं छड्ड दिता। वैस्ट ने कहा मैं दुनिया नूं ही सत जानदा हाँ, होर की पता की है, कौन जानता है, तो मैं तो जीवन जियांगा, पूरा भोग के जियांगा। वो दूसरी एक्सट्रीम में चला गया। और मैं और तुसी और मेरा मन ये दोनों एक्सट्रीम्स दे विच ही विचरदा रहिंदा है, इस ते बियॉन्ड नहीं जाता है। कदे मैं कहना मैं दुनिया नूं छड्ड देंगा, उदास हो गया मन। कदे मैं कहना दुनिया विच भोग ही सब कुछ है। ये मेरे और आप दे मन दे हालात ने महाराज। आसा दी वार विच गुरु साहब ने एक बड़ी प्यारी गल छेड़ी। महाराज कहते हैं दोई कुदरत साजिए, द्वैत दे विच कुदरत बनी है। अगर द्वैत नूं मैं हटा देंगा तो फिर एक ओमकार वरतेगा, ना तुसी ना मैं ना कुछ होर, यह सब सृष्टि समा जाएगी। तो यह गल सानू समझनी, शायद देखना चाहिए, जीवन नूं जानना चाहिए कि जदों मैनू दुख विजिट करता है तो अगर मैं कहांगा मैनू क्यों होया, जिहड़े असीं कहंदे ही हां मेरे नाल क्यों होया, मैं तो गलत नहीं कीता। आसा दी वार विच गुरु साहब ने बहुत एक प्यारी गल खोली है। वो कहते हैं माड़ा तो माड़ा है ही, अगर चंगा भी हंकार के आधार पर है तो वह भी प्रवान नहीं है, दरगाह विच दुनिया विच होएगा, दुनिया विच होएगा। पर अगर मेरे करन दा, चंगा करन दा आधार मैं है तो वह निरंकार नहीं है। इनू समझना जरा, यह मेरा मन जिहड़ा मैं बनाया है, यह मेरा कंडीशनड माइंड है, यह मैं बनाया है। जो कुछ मैं बनावांगा वो परफेक्शन नहीं हो सकती, है ना महाराज। एक पत्ता भी तोड़ के देखिए, परफेक्शन दिखती है। पत्ते दे विच अगर तुसी गहन तरीके नाल देखो, बड़ी प्यारी लकीरां बणियां हुंदियां, छोटे छोटे कलर उहदे च फैले हुंदे है, परफेक्शन है अपने आप विच। पर अगर बहुत प्यार नाल देखो तो कई बार मन एकाग्र भी हो जाता है, क्योंकि इतनी परफेक्शन है। तो जो निरंकार ने बनाया वो परफेक्शन है। तो मेरे मन दे विच एक मन है जिहदे च मैं नहीं हाँ, मैं नहीं उसनूं बनाया, वो निरंकार दा बनाया है। उहदे विच की वसदा है। यह मन ले जहे उन मन रहे, तीन लोक की बातें कहे, मूंद लिए दरवाजे बाज ये ले अनहद बाजे। गुरु कहता उहदे विच आनंद वसदा है। आनंद का की मतलब होया महाराज, जिहड़ा कोई सुख किसी कारण करके है, कोई कारण हो गया, रिलेशनशिप करके, किसी वस्तु करके, किसी ओहदे करके, दुनियावी सुख जिहड़ा है वो कारण करके है। और वो कारण विच मैं ध्यान लगाया, यह देखना आप गल, क्योंकि जिन्हां दुनिया दे विच जदों मैं विचरदा हाँ तो मैं उहदे च ध्यान लगांदा हाँ। मैं अहुदेदार बनना है, मैं PhD करनी है,
मैं इस नूं लाइक करदा हाँ, मैं इस नूं प्रेम करदा हाँ, यह सब मेरे करन तो है, यह मैं तो है, हौमे तो है, यह जीवन है, ये कोई मनाई नहीं है सानू, पर केवल इसे नूं जीवन जान लेना। बाबा बिधि चंद पूर्ण संत महाराज एक ताड़वी पुरुष है। ताड़वी का मतलब पंजाबी चोर आदमी। गुरु अर्जन साहब ने पूछा की करते हो, कहते महाराज मैं चोरी करता। गुरु समर्पण है, गुरु अगे समर्पण है। सिख अपना आप सब कुछ दे दिंदा है। गुरु ने जज नहीं किया है, गुरु ने नहीं कहा कादे वास्ते चोरी करता है, की करता है, क्यों करता है। मंदा किसे ना आखिए। गुरु कहता चंगा फिर हुण नाम दी चोरी करो। बाबा बिधि चंद दी जीवनी पढ़ना महाराज, प्रेम नाल भरी है, सेवा नाल भरी है। इत्थे सेवा विच आ जाएंगे। गुरु नूं मिलण दी एक विधि सेवा है। सेव करत होवे नहकामी, बिना कामना दे, बिना डिजायर दे जो जीवन विच कर्म होएगा वो प्रेम दा भरिया होएगा, नहीं तो उहदे च कामना होएगी ही होएगी। और प्रेम किसी कारण करके नहीं, किसी शरीर नाल प्रेम नहीं, प्रेम ही अपने आप विच। तां इहदे चार कंडीशनस इस मन दे विच वसदियां ने। एक जोत प्रकाश, एक अनहद नाद साउंड विदाउट सोर्स, एक आनंद और एक प्रेम। प्रेम इस सृष्टि के कण कण विच वसदा है हजूर। आनंद इस सृष्टि के कण कण विच वसदा है। इस गल नूं असीं नहीं समझ पा रहे हाँ। जिस सुख नूं मैं लभदा हाँ और उस नूं लभण निकलदा हाँ, वो दुनियावी सुख अपने नाल दुख रखता है। मैं आप नाल शेयर की सोक्रेटिस की कहानी। सोक्रेटिस ने अगले दिन सवेरे जहर लिया, आनंद नाल ले लिया, क्रेटो नूं समझाया। क्रेटो ने कहा मैं सारिਆਂ ਨੂੰ ब्राइब कर दिता, सब नूं सिफारिश दे दी तू भज जा रात नूं। तो उसने दसिया कि किवें मौत सत नहीं है। उस डायलॉग दे विच लिखिया है, फेडस डायलॉग है। जब असी शहीद वरतते हैं शब्द पंथ विच, शहीद का एक्चुअल अर्थ बनता है विटनेस। किस चीज़ का विटनेस? कि मौत नहीं है, शरीर जाएगा तो मैं नहीं मरांगा। भगत कबीर बहुत थोड़े जन इस दुनिया विच इस तरह के होए हैं, धन हन। वो मृत्यु तो जीवन नूं देखते हैं। अगर मैं जीवन का भेद जींदे जी खोल लिया तो मृत्यु मेरा उस आइडेंटिटी नूं लै पाएगी जिहड़ी मेरी ईगो माइंड दी है। पर मैं अगर उसके आधारदिक जीवन नूं जाणदा हाँ, जिथे नाम आधार है, तो फिर मृत्यु मेरा सिर्फ वो चीज़ लै पाएगी जिहड़ी वैसे भी चली जानी है। गुरु अमरदास कहते आनंद दी बाणी कोठे ते चढ़ के भजा। आनंद दी बाणी साडी सभा विच अखीर विच हर सभा विच गाई जाती है, चाहे दुख की सभा है चाहे सुख की सभा है। मैनू यह समझ आती है इस तो कि सिख का जीवन अगर सिखी कमाई जाए, जी जाए, तो वह अंत आनंद ही है। अब समझना इसनू। मैं अपने परिवार तो की चाहता हाँ, दुनिया तो की चाहता हाँ, यह जोड़ा कारोबार करदा उस तो की चाहता हाँ, या अहदे लभदा हाँ उस तो की चाहता हाँ, सुख लभदा हाँ। आनंद अनकंडीशनल हैप्पीनेस है, जिहदे कोई कंडीशन नहीं है। वो कित्थे वसदी है? सब कुछ घर में, बाहर नहीं, मेरे घर के अंदर वसदी है। गुरु तेग बहादुर साहब
पोह मत ज्यों बास बसत है, मुकर माए जैसे छाई, तैसे ही हर बसे निरंतर, घट ही खोजो पाई। जिमें फुੱਲ ਦੇ ਅੰਦਰ ਸੁਗੰਧੀ ਹੈ, ਸ਼ੀਸ਼ੇ ਦੇ ਵਿੱਚ ਰਿਫਲੈਕਸ਼ਨ ਹੈ ਨਾ, ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਨਿਰੰਕਾਰ ਵਸਦਾ ਹੈ ਇਸ ਦੁਨੀਆ ਵਿੱਚ, ਮੇਰੇ ਵਿੱਚ। ਉਹਨੂੰ ਕਿੱਥੇ ਲੱਭਣਾ ਹੈ? ਅੰਤਰ ਵਿੱਚ ਲੱਭਣਾ ਹੈ। ਸੂਫੀ ਇਸ ਨੂੰ 11th ਡਾਇਰੈਕਸ਼ਨ ਕਹਿੰਦੇ ਹਨ। ਅਸੀਂ 11th ਡਾਇਰੈਕਸ਼ਨ ਨੂੰ ਜਾਣਦੇ ਹੀ ਨਹੀਂ ਹੈ। ਮੇਰੀ ਥਾਟਸ ਮੇਰਾ ਪਰਦਾ ਹੈ, ਸਮਝਣਾ ਗੱਲ ਨੂੰ। ਮੇਰੀ ਜਿਹੜੀ ਵਿਚਾਰ ਚੱਲਦੇ ਨੇ ਇਹ ਪਰਦਾ ਹੈ ਮੇਰੇ 'ਚ। ਇਹ ਮੈਨੂੰ ਦੇਖਣ ਨਹੀਂ ਦੇ ਰਿਹਾ ਦੁਨੀਆ ਕੀ ਹੈ, ਇਹ ਵਿਚਾਰ ਹੀ ਘੇਰੇ ਹੋਏ ਨੇ ਮੈਨੂੰ। ਮੈਂ ਵਿਚਾਰਾਂ ਤੋਂ ਬਿਯੋਂਡ ਕੀ ਹੈ ਉਹਨੂੰ ਜਾਣ ਹੀ ਨਹੀਂ ਪਾ ਰਿਹਾ। ਵਿਚਾਰਾਂ ਨੂੰ ਕਿਵੇਂ ਘੇਰਨਾ ਹੈ ਐਵੇਂ ਹੀ ਸਮਝ ਨਹੀਂ ਪਾ ਰਿਹਾ। ਜਿਵੇਂ ਸਾਈਕਲ ਚਲਾਉਂਦੇ ਸੀ ਬਚਪਨ 'ਚ ਅਸੀਂ, ਤਾਂ ਜਿਤਨੀ ਦੇਰ ਅਸੀਂ ਸਾਈਕਲ ਨੂੰ ਪੈਡਲ ਕਰ ਦਾਂਗੇ ਉਤਨੀ ਦੇਰ ਚੱਲੇਗੀ। ਜਦ ਪੈਡਲਿੰਗ ਰੋਕ ਦਿਆਂਗੇ ਗਿਰ ਜਾਏਗੀ। ਇਸ ਤਰ੍ਹਾਂ ਮਨ ਹੈ। ਮੈਂ ਮਨ ਦੀ ਸੋਚਣ ਦੀ ਵਿਚਾਰ ਸ਼ਕਤੀ ਨੂੰ ਮੈਂ ਐਨਰਜਾਈਜ਼ ਕਰਦਾ, ਹਉਮੈ। ਜਦ ਮੈਂ ਉਸ ਨੂੰ ਐਨਰਜਾਈਜ਼ ਕਰਨਾ ਬੰਦ ਕਰ ਦਿਆਂਗਾ ਤਾਂ ਵਿਚਾਰ ਗਿਰ ਜਾਣਗੇ, ਨਿਰਵਿਚਾਰ ਹੋ ਜਾਣਗੇ। ਸੁੰਨ ਅਵਸਥਾ ਸਿੱਧ ਗੋਸ਼ਟ ਵਿੱਚ ਮਹਾਰਾਜ ਨੇ ਕਈ ਵਾਰ ਦੱਸੀ ਹੈ। ਸੁੰਨ ਅਵਸਥਾ ਬਹੁਤ ਬਿਯੋਂਡ ਦੀ ਹੈ। ਤਾਂ ਮੈਂ ਇੱਥੇ ਤੱਕ ਕਮਾ ਸਕਦਾ ਹਾਂ ਈਗੋ ਦੇ ਵਿੱਚ ਕਿ ਮੈਂ ਸ਼ਾਂਤ ਕਰ ਲਵਾਂ ਮਨ ਨੂੰ। ਮਨ ਸ਼ਾਂਤ ਹੋ ਗਿਆ, ਹੁਣ ਕੀ? ਇਸ ਸ਼ਾਂਤ ਮਨ ਤੋਂ, ਜਿਸ ਨੂੰ ਮਹਾਰਾਜ ਨੇ ਅਹਰਣ ਮਤ ਕਿਹਾ ਹੈ, ਜਤ ਪਹਾਰਾ ਧੀਰਜ ਸੁਨਿਆਰ, ਧੀਰਜ ਵਿੱਚ ਆ ਗਏ, ਸ਼ਾਂਤ ਹੋ ਗਿਆ ਮਨ। ਅਹਰਣ ਮਤ, ਮਤ ਹੁਣ ਮਾਈਂਡ ਸਟੇਬਲ ਮਾਈਂਡ ਹੋ ਗਿਆ। ਮਨ ਭਟਕ ਨਹੀਂ ਰਿਹਾ ਹੁਣ। ਜਿਵੇਂ ਸਾਹਿਬ ਨਾਲ ਨਮਾਜ਼ ਪੜ੍ਹਦੇ ਮੁਸਲਮਾਨ ਹਜੂਰ ਨਹੀਂ ਪੜ੍ਹੇ ਨਾਲ, ਉਹ ਕਹਿੰਦੇ ਤੁਸੀਂ ਤਾਂ ਝੂਠ ਬੋਲਦੇ ਹੋ, ਤੁਸੀਂ ਪੜ੍ਹੇ ਨਹੀਂ। ਮਹਾਰਾਜ ਕਹਿੰਦੇ ਤੂੰ ਤਾਂ ਘੋੜੇ ਵੇਚ ਰਿਹਾ ਸੀ, ਕਾਬੁਲ ਖਰੀਦ ਰਿਹਾ ਸੀ ਘੋੜੇ, ਤਾਂ ਮੈਂ ਨਮਾਜ਼ ਤੇਰੇ ਨਾਲ ਕੀ ਪੜ੍ਹਨੀ ਸੀ? ਤੂੰ ਤਾਂ ਜੁੜਨ ਦੀ ਗੱਲ ਕਰਦਾ ਤਾਂ ਜੁੜ ਜਾਂਦਾ ਮੈਂ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਦ ਹੋਆ ਜਹਾਨਾ। ਦੇਖਣਾ ਮਹਾਰਾਜ, ਇੱਕ ਜੁੜੇ ਹੋਏ ਮਨ ਦੀ ਜਦੋਂ ਬਾਂਗ ਆਏਗੀ, ਆਵਾਜ਼ ਆਏਗੀ, ਸਭ ਜੁੜ ਜਾਣਗੇ। ਦਿੱਤੀ ਬਾਂਗ ਨਵਾਜ ਕਰ, ਸੁਨ ਸਮਾਦ ਹੋਆ ਜਹਾਨਾ। ਸਭ ਨੂੰ ਸੁੰਨ ਹੋ ਗਏ। ਇਹ ਬਗਦਾਦ ਦੀ ਕਥਾ ਹੈ। ਸਭ ਨੂੰ ਕੁਝ ਲੱਗਿਆ ਹੈ ਹੋਇਆ ਕੀ ਹੈ। ਮੇਰਾ ਮਨ ਇਕਾਗਰ ਹੋ ਗਿਆ ਹੈ। ਉਹ ਵੀ ਚੰਦਨ ਹੋਏ ਲੈ ਬਸੇ ਜੋ ਚੰਦਨ ਪਾਸ। ਜੋ ਇਕਾਗਰ ਮਨ ਦੇ ਨਾਲ ਰਹੇਗਾ ਔਰ ਉਸ ਦੇ ਹਜ਼ੂਰੀ ਵਿੱਚ ਰਹੇਗਾ, ਇਕਾਗਰ ਹੋ ਜਾਏਗਾ। ਤਾਂ ਹੀ ਇਹ ਜਿਹੜੀ ਸੇਵਾ ਦਾ ਕਨਸੈਪਟ ਚੱਲਿਆ, ਪੱਖਾ ਪਾਣੀ ਟੋਆ ਸੰਤ ਆ ਗਏ। ਸੰਤਾਂ ਦੀ ਸੇਵਾ ਕਰਨ ਦਾ ਮਤਲਬ ਇਹੀ ਸੀ ਕਿ ਮੈਂ ਉਹਦੀ ਹਜ਼ੂਰੀ ਵਿੱਚ ਰਵਾਂ। ਇਹੋ ਜਿਹੇ ਛੋਟੇ ਛੋਟੇ ਕਾਰਜਾਂ ਵਿੱਚ ਆਪਣੇ ਮੈਂ ਨੂੰ ਗੇਰਦੇ ਹਾਂ। ਗੁਰਜੈਫ ਇੱਕ ਬਹੁਤ ਪੁਰਾਤਨ ਦਾਰਸ਼ਨਿਕ ਹੋਇਆ ਹੈ। ਤਾਂ ਉਹਦੇ ਕੋਲ ਇੱਕ ਔਰਤ ਗਈ, PhD ਪੜ੍ਹੀ ਹੋਈ ਸੀ ਬਹੁਤ ਜ਼ਿਆਦਾ, ਤੇ ਉਹ ਕਹਿੰਦੀ ਉਹਦੇ ਗੁਰਜੈਫ ਕੋਲ ਕੁਝ ਇਹੋ ਜਿਹੇ ਟੂਲ ਸੀ, ਉਹ ਸ਼ੌਕ ਕਰਦਾ ਸੀ ਇਨਸਾਨ ਨੂੰ ਤਾਂ ਕਿ ਉਹਦਾ ਧਿਆਨ ਲੱਗ ਜੇ। ਤਾਂ ਉਹ ਬੀਬੀ ਕਹਿੰਦੀ ਉਸ ਨੂੰ, ਮੈਂ ਪਰੇਸ਼ਾਨ ਹਾਂ ਬਹੁਤ ਜ਼ਿਆਦਾ, ਮੇਰੇ ਵਿਚਾਰ ਹੀ ਨਹੀਂ ਗਿਰਦੇ ਹਨ, ਮੈਂ ਸੋਚਦੀ ਹੀ ਰਹਿੰਦੀ ਹਾਂ। ਤਾਂ ਉਹਨੇ ਕਿਹਾ, ਬੀਬੀ ਇੱਦਾਂ ਕਰ, ਇਹ ਸੜਕ ਬਣ ਰਹੀ ਹੈ, ਇਹਦੇ ਵਿੱਚ ਇੱਟੇ ਨੇ, ਇਹਨਾਂ ਨੂੰ ਤੋੜ। ਉਹਨੇ ਉਸ ਨੂੰ ਇੱਕ ਮੀਨੀਅਲ ਕੰਮ ਤੇ ਜਿਹੜੇ ਹੱਥ ਨਾਲ ਕੰਮ ਕਰਦੇ ਉਹਦੇ 'ਚ ਲਗਾ ਦਿੱਤਾ ਕਿ ਇਹਨਾਂ ਨੂੰ, ਇੱਟਾਂ ਨੂੰ ਤੋੜ। ਜਿਵੇਂ ਅਸੀਂ ਭਾਂਡੇ ਮਾਂਜਦੇ ਹਾਂ, ਸੇਵਾ ਹੀ ਕਰਦੇ ਹਾਂ। ਇਹ ਕੀ ਕਰਦੇ ਹਾਂ? ਸਿੰਪਲ ਟਾਸਕ। 3 ਦਿਨ ਉਹ ਬੀਬੀ ਕਰਦੀ ਰਹੀ। ਫਿਰ ਉਹਨੂੰ ਕਹਿੰਦੀ, ਮੇਰਾ ਮਨ ਤੇ ਸ਼ਾਂਤ ਹੋ ਗਿਆ। ਦਰਅਸਲ ਮਨ ਨੂੰ ਐਨਰਜੀ ਦੇ ਰਿਹਾ ਮੈਂ, ਔਰ ਫਿਰ ਮੈਂ ਕਹਿ ਰਿਹਾ ਮੈਂ ਮਨ ਤੋਂ ਪਰੇਸ਼ਾਨ ਹਾਂ। ਤਾਂ ਜਦੋਂ ਅਸੀਂ ਭਾਂਡੇ ਮਾਂਜਦੇ ਹਾਂ, ਅਗਰ ਹਜ਼ੂਰੀ ਵਿੱਚ ਮਨ ਆ ਗਏ, ਪ੍ਰੇਮ ਵਿੱਚ ਮਨ ਆ ਗਏ, ਮੈਂ ਕੀਤਾ ਨਹੀਂ। ਅੱਜ ਕੱਲ੍ਹ ਫਿਰ ਕਈ ਵਾਰ ਇਹ ਹੋ ਜਾਂਦਾ ਕਿ ਸੇਵਾ ਵਿੱਚ ਵੀ ਓਨਰਸ਼ਿਪ ਆ ਜਾਂਦੀ ਹੈ। ਮੈਂ ਇੱਥੇ ਤੱਕ ਸਫਾਈ ਕਰਨੀ ਹੈ,
ਤੂੰ ਇੱਥੇ ਹੱਥ ਲਗਾਇਆ ਤਾਂ ਤੇਰੀ ਬਾਂਹ ਤੋੜ ਦਿਆਂਗੇ। ਇਹ ਸੇਵਾ ਹੋ, ਇਹ ਹਉਮੈ ਵਾਲੀ ਸੇਵਾ ਹੋ ਗਈ। ਜਦੋਂ ਮਹਾਰਾਜ ਕਹਿੰਦੇ ਕਿ ਚੰਗਾ ਕਰਮ ਕਰਕੇ ਵੀ ਅਗਰ ਉਸ ਦੀ ਓਨਰਸ਼ਿਪ ਲੈ ਲਈ ਕਿ ਮੈਂ ਕੀਤਾ, ਤਾਂ ਹਉਮੈ ਪ੍ਰਬਲ ਹੋ ਗਿਆ। ਕਰ ਪੁਨਹੁ ਨੀਚ ਸਦਾਈਏ, ਜੇ ਆਪਣਾ ਚੰਗਾ ਚਾਹੁੰਦੇ, ਮਹਾਰਾਜ ਕਹਿੰਦੇ ਜੇ ਲੋੜੇ ਚੰਗਾ ਆਪਣਾ, ਕਰ ਪੁਨਹੁ ਨੀਚ ਸਦਾਈਏ, ਆਪਣੇ ਆਪ ਨੂੰ ਨੀਚ ਸਦਾ। ਮੇਰੇ ਵਰਗਾ ਨਹੀਂ ਕਿ ਆਪ ਅੱਗੇ ਮੈਂ ਲੈਕਚਰ ਦੇ ਰਹੇ। ਸਿੱਖਾਂ ਦਾ ਕੰਮ ਤੇ ਜੋੜੇ ਝਾੜਨਾ ਹੈ। ਉਹਨਾਂ ਦੇ ਜੋ ਜਗਿਆਸੂ ਹੋਣ, ਜਿਹੜੇ ਪ੍ਰੇਮੀ ਹੋਣ, ਜਿਹੜੇ ਸੱਤ ਦਾ ਰਾਹ ਲੱਭਦੇ ਹੋਣ, ਉਹਨਾਂ ਦੇ ਚਰਨਾਂ ਦੀ ਧੂੜ ਲਈ, ਚੌਧਰ ਲਈ ਨਹੀਂ ਹੈ। ਇਹ ਗੁਰੂ ਦੇ ਦਰ ਆਪਣਾ ਆਪ ਨੂੰ ਤਿਆਗਣ ਲਈ ਹੈ। ਮੱਥਾ ਟੇਕਿਆ ਤੇ ਸੀਸ ਗੁਰੂ ਅੱਗੇ ਛੱਡ ਆਏ। ਵਿਚਾਰ ਗਿਰ ਗਏ, ਜੁੜ ਗਏ। ਗੁਰੂ ਪ੍ਰਤੱਖ ਹੋ ਗਿਆ। ਮਹਾਰਾਜ ਗੁਰੂ ਕਿਧਰ ਗਿਆ ਥੋੜੀ ਹੈ, ਗੁਰੂ ਤਾਂ ਹਾਜ਼ਰ ਹੈ। ਤਾਂ ਇਹ ਜਿਹੜਾ ਸੁੱਖ ਮੈਂ ਲੱਭਦਾ ਜੀਵਨ ਚੋਂ, ਫਿਰ ਉਹਦੇ ਨਾਲ ਨਿਰਾਸ਼ ਹੋ ਕੇ ਮੈਨੂੰ ਦੁੱਖ ਮਿਲਦਾ ਹੈ। ਫਿਰ ਮੈਂ ਕਹਿੰਦਾ ਮੈਂ ਦੁਖੀ ਹੋਇਆ, ਕਿਉਂ ਹੋਇਆ, ਮੈਨੂੰ ਕਿਉਂ ਦੁੱਖ ਮਿਲਿਆ। ਦੁੱਖ ਔਰ ਸੁੱਖ ਦਾ ਨੇਚਰ ਮੈਂ ਆਪ ਨਾਲ ਸਾਂਝਾ ਕੀਤਾ ਹੈ ਕਿ ਇਕੱਠੇ ਰਹਿੰਦੇ ਹਨ। ਜੇ ਸੁੱਖ ਨੂੰ ਲੱਭਣ ਜਾਵਾਂਗੇ ਤਾਂ ਅਖੀਰ ਵਿੱਚ ਦੁੱਖ ਹੀ ਮਿਲੇਗਾ, ਕਿਉਂਕਿ ਜਦੋਂ ਸੁੱਖ ਦਾ ਕਾਰਨ ਚਲਾ ਗਿਆ ਤਾਂ ਦੁੱਖ ਹੀ ਰਹਿ ਜਾਏਗਾ। ਤਾਂ ਮ੍ਰਿਤਿੂ ਸਾਰੇ ਕਾਰਨ ਲੈ ਲੈਂਦਾ। ਫਿਜ਼ੀਕਲ connections to happiness are completely suspended at death। ਮੇਰਾ ਈਗੋ ਮਾਈਂਡ ਗਿਰ ਗਿਆ। ਤਾਂ ਫਿਰ ਗੁਰੂ ਕਹਿ ਰਿਹਾ ਇਹਨੂੰ ਸਮਝ ਲੈ। ਮਨ ਕਿੱਥੇ ਗਿਆ? ਮਨ ਤਾਂ ਕਿਧਰ ਜਾਏਗਾ? ਸਰੀਰ ਤਾਂ ਮਿੱਟੀ ਹੋ ਗਿਆ, ਮਨ ਕਿਧਰ ਗਿਆ? ਇਹੀ ਤਾਂ ਵਿਚਾਰਨਾ ਹੈ। ਜਿੰਦੇ ਜੀ ਇਹਨੂੰ ਵਿਚਾਰ ਲੈਣਾ ਕਿ ਮਨ ਦਾ ਨੇਚਰ ਕੀ ਹੈ। ਇਸ ਮਨ ਕੋ ਕੋਈ ਖੋਜੋ ਪਾਈ, ਤਨ ਛੂਟੇ ਮਨ ਕਹਾਂ ਸਮਾਈ। ਇਹ ਕੋਈ ਐਵੇਂ ਨਹੀਂ ਹੈ ਜਿਹੜੇ ਸਿੱਖਾਂ ਨੇ ਆਪਣੇ ਬੰਦ ਕਟਾ ਲਏ। ਭਾਈ ਮਨੀ ਸਿੰਘ ਕਹਿੰਦੇ ਦੇਖ ਤੂੰ ਹੋਰ ਨੇੜੇ ਹੋ ਕੇ ਕੱਟ, ਕਿਉਂਕਿ ਭਾਈ ਸਰੀਰ ਤੋਂ ਪਰੇ ਦਾ ਇਕਾਗਰਤਾ ਹੈ। ਸਰੀਰ ਦੀ ਆਇਡੈਂਟੀਟੀ ਤੋਂ ਬਿਯੋਂਡ ਜਾਣ ਲਿਆ ਸੱਤ ਨੂੰ। ਗੁਰੂ ਕਹਿੰਦੇ ਚੜਿਆ 10ਵੇਂ ਦਵਾਰ, ਚੜ ਗਿਆ। ਬਸ ਸਰੀਰ ਤਾਂ ਇੱਕ ਵਸਤੂ ਹੈ, ਕਪੜਾ ਹੈ। ਇੰਨੀ ਇਕਾਗਰਤਾ ਹੋ ਗਈ, ਇੰਨੀ ਕਮਾਈ ਹੋ ਗਈ ਕਿ ਤਿਆਗਣ ਲਈ ਵੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਰੀਰ ਦਾ ਜਿਹੜਾ ਅਲਟੀਮੇਟ ਸ਼ਿਖਰ ਹੈ, ਉਹਦੀ ਪ੍ਰਾਪਤੀ ਹੈ, ਉਹਦਾ ਗਿਆਨ ਹੈ ਔਰ ਮਨ ਦੀ ਇਕਾਗਰਤਾ ਹੈ। ਇਸ ਕਰਕੇ ਇਹ ਕਮਾਈਆਂ ਨੇ ਮਹਾਰਾਜ। ਅਨਾਹਲ ਹੱਕ ਮੁਸਲਮਾਨ ਪੀਰ ਨੂੰ ਕੱਟ ਰਹੇ ਹਨ। ਉਹ ਹੱਸਦਾ ਹੈ, ਕਹਿੰਦੇ ਤੂੰ ਹੱਸਦਾ ਕਿਉਂ ਹੈ ਭਾਈ, ਤੈਨੂੰ ਕੱਟੀ ਜਾ ਰਹੀ। ਉਹ ਕਹਿੰਦਾ ਮੈਨੂੰ ਕੱਟਦਾ ਰਹੇ ਹੋ ਪਰ ਮੈਂ ਕੱਟਿਆ ਨਹੀਂ ਜਾ ਰਿਹਾ। ਮੈਂ ਸਰੀਰ ਨਹੀਂ ਹਾਂ। ਇਹ ਗਿਆਨ ਮੈਨੂੰ ਹੈ ਕਿ ਨਹੀਂ ਹੈ, ਇਹ ਆਪ ਨੂੰ ਹੈ ਕਿ ਨਹੀਂ ਹੈ। ਤਾਂ ਜਦੋਂ ਅਸੀਂ ਉਸ ਤੇ ਉਲਟ ਚੱਲਦੇ ਹਾਂ, ਜਿਵੇਂ ਅੱਜ ਦਾ ਨੇਚਰ ਹੈ ਸੋਸਾਇਟੀ ਦਾ ਕਿ ਮੈਂ ਸ਼ੀਸ਼ੇ ਅੱਗੇ ਖੜੇ ਹੋ ਕੇ ਘੰਟੋਂ ਸ਼ਿੰਗਾਰ ਕਰਦਾ, ਨਿਖਾਰ ਕਰਦਾ, ਤਾਂ ਮੈਂ ਕਿਸ ਨੂੰ ਪ੍ਰਬਲ ਕਰ ਰਿਹਾ ਕਿ ਮੈਂ ਸਰੀਰ ਹਾਂ। ਤਾਂ ਇਸ ਕਰਕੇ ਇਹਦੇ ਜਿਹੜੀ ਸਾਡੀ ਪ੍ਰਥਾ ਵਿੱਚ ਵੀ ਜੜ ਆ ਰਹੀ, ਜਦੋਂ ਅਸੀਂ ਦਾੜੀ ਕਾਲੀ ਨਹੀਂ ਕਰਦੇ, ਹੋਰ ਚੀਜ਼ਾਂ, ਇਹਦਾ ਕੀ ਕਹਿਣ ਦਾ ਮਤਲਬ ਹੈ? ਇਹਦਾ ਰੂਟ ਇੱਥੇ ਵਸਿਆ ਹੈ ਕਿ ਮੈਂ ਸਰੀਰ ਨਹੀਂ ਹਾਂ ਮਹਾਰਾਜ। ਫਿਰ ਮੈਂ ਕੀ ਹਾਂ? ਇਹੀ ਜਾਣਨਾ ਹੈ ਜੀਂਦੇ ਜੀ ਸ਼ਬਦ ਦੇ ਜ਼ਰੀਏ। ਕਵਣ ਮੂਲ ਕਵਣ ਮਤ ਵੇਲਾ, ਕਵਣ ਗੁਰੂ ਕਿਸ ਕਾ ਤੂੰ ਤੇਲਾ। ਇਹ ਜੀਵਨ ਦਾ ਮੂਲ ਕੀ ਹੈ? ਇਹ ਵੇਲਾ ਕਾਹਦੇ ਵਾਸਤੇ ਹੈ? ਕੌਣ ਤੇਰਾ ਗੁਰੂ ਹੈ? ਸਿੱਧ ਪੁੱਛਦੇ ਹਨ ਗੁਰੂ ਨਾਨਕ ਸਾਹਿਬ ਨੂੰ। ਪਿਛਲੀ ਟਾਕ ਵਿੱਚ ਮੈਂ ਅਧੂਰੀ ਛੱਡ ਦਿੱਤੀ ਸੀ ਮਹਾਰਾਜ, ਗਲਤੀ ਹੈ। ਮਹਾਰਾਜ ਕਹਿੰਦੇ ਨੇ ਪਵਨ ਆਰੰਭ ਸਤਿਗੁਰ ਮਤ ਵੇਲਾ। ਪਵਨ ਸਵਾਸ ਤੋਂ ਜੀਵਨ ਆਰੰਭ ਹੁੰਦਾ ਹੈ।
ਸਤਿਗੁਰੂ ਨੂੰ ਕਮਾਉਣ ਦਾ ਵੇਲਾ ਹੈ, ਗੁਰੂ ਨਾਲ ਇਕਮਿਕ ਹੋਣ ਦਾ ਵੇਲਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹਦੇ 'ਚ ਹਉਮੈ ਨਹੀਂ ਹੈ ਦੇਖਣਾ। ਸ਼ਬਦ ਗੁਰੂ ਹੈ ਔਰ ਸੁਰਤ ਚੇਲਾ ਹੈ, ਔਰ ਉਹਦੇ 'ਚ ਇੱਕ ਧੁਨ ਵਸਦੀ ਹੈ। ਉਹ ਕਾਹਦੀ ਧੁਨ ਹੈ? ਆਨੰਦ ਰੂਪ ਰਵਿਓ ਸਭ ਮੱਧੇ ਜਤ ਕਤੇ ਖੁਸਾਈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਾ ਲਿਆ ਮਹਾਰਾਜ, ਗੁਰੂ ਨੂੰ ਪਾ ਲਿਆ। ਹੁਣ ਇਹਦੇ 'ਚ ਕੰਡੀਸ਼ਨਸ ਕੁਛ ਨਹੀਂ ਹਨ, ਸਿਵਰ ਗੁਰੂ ਨੂੰ ਮਿਲਣਾ ਹੈ। ਸ਼ਾਂਤ ਮਨ ਅਗਰ ਗੁਰੂ ਨੂੰ ਮਿਲ ਲਏਗਾ, ਜਤ ਪਹਾਰਾ ਧੀਰਜ ਸੁਣਿਆਰ, ਅਹਰਣ ਮਤ ਵੇਦ ਹਥਿਆਰ। ਵੇਦ ਕੀ ਹੈ ਮਹਾਰਾਜ? ਸ਼ਬਦ ਹੈ। ਜਦੋਂ ਸ਼ਬਦ ਦੀ ਚੋਟ ਧਿਆਨ ਦੇ ਮਨ ਨੂੰ ਪਏਗੀ ਤਾਂ ਪਾਓ ਖਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤੇ ਟਾਲ। ਭੈ ਤੋਂ ਸ਼ੁਰੂ ਹੋਵਾਂਗੇ, ਡਰਾਂਗੇ, ਕਿਉਂਕਿ ਈਗੋ ਡਰੇਗੀ ਹਮੇਸ਼ਾ। ਈਗੋ ਕੋਲ ਸਭ ਕੁਝ ਲੈ ਜਾਏਗਾ, ਇਸ ਕਰਕੇ ਈਗੋ ਵਿੱਚ ਡਰ ਹੈ। ਹਉਮੈ ਵਾਲੇ ਮਨ ਵਿੱਚ ਡਰ ਰਹੇਗਾ, ਹਮੇਸ਼ਾ ਹੀ ਰਹੇਗਾ, ਜਦ ਤੱਕ ਉਸ ਨੂੰ ਉਹਦੇ ਬਿਯੋਂਡ ਨਹੀਂ ਜਾ ਪਾਵਾਂਗਾ। ਇਹ ਹੁਣ ਮੇਰਾ ਇੰਸਪੀਰੇਸ਼ਨ ਬਣ ਗਈ ਫੀਅਰ। ਮੈਂ ਫੀਅਰ ਦੀ ਐਨਰਜੀ ਨੂੰ ਵਰਤ ਰਿਹਾ ਹਾਂ। ਪਾਓ ਖਲਾ, ਇਸ ਤੋਂ ਐਨਰਜੀ ਆ ਰਹੀ ਹੈ। ਤਾਂ ਹਰ ਚੀਜ਼ ਨੂੰ ਅਸੀਂ ਨਿਗੇਟ ਨਾ ਕਰੀਏ। ਸ੍ਰਿਸ਼ਟੀ ਨੇ ਜੋ ਕੁਝ ਬਣਾਇਆ ਉਹਦੀ ਆਪਣੀ ਇੱਕ ਜਗ੍ਹਾ ਹੈ, ਅਸੀਂ ਉਹਨੂੰ ਗਲਤ ਰਹੇ ਹਾਂ। ਹਉਮੈ ਸਾਨੂੰ ਅਸੀਂ ਵਰਤਣਾ ਹੈ ਹਉਮੈ ਨੂੰ, ਉਹ ਸਾਨੂੰ ਵਰਤ ਜਾਂਦੀ ਹੈ, ਕਿਉਂਕਿ ਅਸੀਂ ਉਸ ਤੋਂ ਬਿਯੋਂਡ ਜਾਣਦੇ ਨਹੀਂ ਜੀਵਨ ਕੀ ਹੈ। ਤਾਂ ਫਿਰ ਰਾਖ ਹੋ ਜਾਂਦਾ ਜੀਵਨ। ਗੁਰੂ ਕਹਿੰਦਾ ਬੇਅਰਥ ਗਿਆ, ਵਿੱਚ ਦੁਨੀਆ ਕਾਹੇ ਆਇਆ। ਕੀ ਕਰਨ ਆਇਆ ਸੀ? ਪ੍ਰਧਾਨਗੀ ਲੈਣ ਆਇਆ ਸੀ, ਮੈਂਬਰੀ ਲੈਣ ਆਇਆ ਸੀ। ਸਿੱਖੀ ਦਾ ਕੋਈ ਆਧਾਰ ਗੁਰੂ ਗ੍ਰੰਥ ਸਾਹਿਬ ਵਿੱਚ ਮੈਂਬਰੀ ਦਾ ਨਹੀਂ ਰੱਖਿਆ। ਮਾफ़ ਕਰਨਾ, ਮੈਂ ਆਪ ਤੋਂ ਸਿਰਫ ਹੱਥ ਜੋੜ ਕੇ ਮਾफ़ੀ ਮੰਗਦਾ, ਪਰ ਮੈਂ ਥੋੜ੍ਹਾ ਜਿਹਾ ਕਹਿਣਾ ਚਾਹੁੰਦਾ ਹਾਂ, ਕਿਉਂਕਿ ਪੰਥ ਦੇ ਵਿੱਚ ਜਿਹੜੇ ਰੋਗ ਹਨ ਉਹ ਮੈਨੂੰ ਵੀ ਪਰੇਸ਼ਾਨ ਕਰਦੇ, ਆਪ ਨੂੰ ਵੀ ਕਰਦੇ। ਦਰਦ ਹੈ ਮੈਨੂੰ ਬੜਾ ਹੁੰਦਾ। ਕੀ ਹਾਲ ਹੈ ਸਾਡਾ, ਇਹਨੂੰ ਵਿਚਾਰਨ ਦੀ ਲੋੜ ਹੈ। ਗੁਰੂ ਨੇ ਸਾਨੂੰ ਇਸ ਰਸਤੇ ਨਹੀਂ ਪਾਇਆ ਸੀ, ਅਸੀਂ ਕਿਸ ਰਸਤੇ ਪੈ ਗਏ ਹਾਂ। ਮੇਰੇ ਸਾਰਿਆਂ ਨਾਲ ਪ੍ਰੇਮ, ਕਿਸੇ ਨੂੰ ਵੀ ਮੈਂ ਆਪਣੇ ਤੋਂ ਵੱਖ ਨਹੀਂ ਸਮਝਦਾ। ਜੋ ਵੀ ਕੋਈ ਕਰਦਾ, ਜੇ ਉਹ ਗੁਰੂ ਦਾ ਸਿੱਖ ਹੈ, ਗੁਰੂ ਨੂੰ ਲੱਭਦਾ ਹੈ, ਅਧਿਆਤਮ ਨੂੰ ਲੱਭਦਾ ਹੈ, ਪੂਰੀ ਬਾਂਹ ਖੋਲ ਕੇ ਅਸੀਂ ਆਜ਼ਾਦੀ ਨਾਲ ਪ੍ਰੇਮ ਦਾ ਐਲਾਨ ਕਰਦੇ। ਕੋਈ ਸਾਨੂੰ ਵਿਤਕਰਾ ਨਹੀਂ ਕਿਸੇ ਨਾਲ ਵੀ, ਕੋਈ ਧਰਮ ਹੋਏ, ਕੋਈ ਜਾਤੀ ਹੋਏ, ਕੋਈ ਵੀ ਹੋਏ। ਗੁਰੂ ਨੇ ਸਾਨੂੰ ਸਿਖਾਇਆ, ਗੁਰੂ ਨੇ ਇਹੀ ਰਾਹ ਚੱਲਿਆ। ਅਸੀਂ ਉਹਦੇ ਸਿੱਖ ਹਾਂ, ਅਸੀਂ ਉਹਦੀ ਚਰਨਾਂ ਦੀ ਧੂੜ ਹੀ ਜੀਣਾ ਹੈ, ਹੋਰ ਕੀ ਜੀਵਾਂਗੇ। ਗੁਰੂ ਨਾਨਕ ਦੇ ਆਗਮਨ ਤੋਂ ਅਸੀਂ ਇੱਥੇ ਹਾਂ। ਗੁਰੂ ਨੇ ਕੀ ਕਿਹਾ? ਨਾ ਕੋ ਹਿੰਦੂ ਨਾ ਮੁਸਲਮਾਨ। ਇਹ ਧਰਮ ਦੀ ਟ੍ਰੈਡੀਸ਼ਨ ਨੂੰ ਗਲਤ ਸਮਝ ਲਿਆ ਸੀ। ਅਸੀਂ ਇਹਨਾਂ ਧਰਮਾਂ ਨੂੰ ਵਰਤ ਕੇ ਪ੍ਰੇਮ ਨਾਲ ਜੁੜਨਾ ਸੀ, ਦੁਨੀਆ ਨੂੰ ਜੋੜਨਾ ਸੀ, ਸਭ ਧਰਮ ਨਾਲ ਜੁੜਨਾ ਸੀ, ਸਾਰਿਆਂ ਨਾਲ ਜੁੜਨਾ ਹੈ। ਮੀਆਂ ਮੀਰ, ਸਾਈਂ ਮੀਆਂ ਮੀਰ ਜੀ ਸਾਡੇ ਸਥਾਨ ਦਾ ਨੀਂਹ ਪੱਥਰ ਰੱਖ ਰਹੇ ਹਨ ਮਹਾਰਾਜ। ਕੀ ਧਰਮ ਦੀ ਗੱਲ ਸੀ ਉਹਦੇ ਵਿੱਚ? ਕੁਛ ਭਗਤ ਨਾਮਦੇਵ, ਕੋਈ ਧਰਮ ਦੀ ਗੱਲ ਸੀ ਉਹਦੇ ਵਿੱਚ? ਪ੍ਰੇਮ ਦੀ ਗੱਲ ਹੈ ਮਹਾਰਾਜ। ਜੋ ਨਾਮ ਨਾਲ ਜੁੜਿਆ ਉਹ ਮੇਰੇ ਨਾਲ ਜੁੜਿਆ, ਮੇਰੇ ਗੁਰੂ ਨਾਲ ਜੁੜਿਆ, ਸਭ ਨਾਲ ਜੁੜਿਆ, ਉਹ ਸ੍ਰਿਸ਼ਟੀ ਨਾਲ ਜੁੜਿਆ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਔਰ ਆਨੰਦ ਨਾਲ ਜੁੜਿਆ ਮਹਾਰਾਜ। ਇਹੀ ਭੇਦ ਹੈ ਸਾਡਾ। ਅਸੀਂ ਦੁਨੀਆ 'ਚ ਸੁੱਖ ਲੱਭਦੇ ਹਾਂ, ਸਾਨੂੰ ਦੁੱਖ ਮਿਲੇਗਾ। ਹਉਮੈ ਨੂੰ ਦੁੱਖ ਹੀ ਮਿਲੇਗਾ। ਹਉਮੈ ਤੋਂ ਪਰੇ ਜਾਵਾਂਗੇ ਤਾਂ ਆਨੰਦ ਨੂੰ ਜਾਣ ਸਕਾਂਗੇ, ਗੁਰੂ ਦੇ ਹਜ਼ੂਰੀ ਵਿੱਚ, ਗੁਰੂ ਦੇ ਸ਼ਬਦ ਨੂੰ ਅਭਿਆਸ ਵਿੱਚ ਲਿਆ ਕੇ। ਜਪ ਮਨ ਸਤਨਾਮ ਸਦਾ ਸਤਨਾਮ, ਜਨ ਨਾਨਕ ਕੋ ਗੁਰ ਅਹਿਮਦ ਦੀਨੀ। ਕੀ ਹੈ ਮਹਾਰਾਜ? ਜਪ ਹਰ ਪਵ ਜਲ ਤਰਨਾ, ਤਰਨ ਦੀ ਵਿਧੀ ਹੈ। ਇਹਦੇ 'ਚ ਹੁਣ ਕੀ ਭੇਦ ਹੈ? ਮੇਰੇ ਵਰਗੇ ਕੁੱਕਰ ਕੀ ਸਮਝਾ ਸਕਦੇ ਹਨ ਮਹਾਰਾਜ? ਜਪ ਹਰ ਪਵ ਜਲ ਤਰਨਾ, ਇਸ ਦੁਨੀਆ ਦੇ ਪਾਰ ਜਾਣ ਦੀ ਵਿਧੀ ਦੱਸਦੇ ਹਨ ਗੁਰੂ। ਪਾਓ ਖਲਾ ਅਗਨ ਤਪਤਾਓ, ਭਾਂਡਾ ਪਾਓ। ਪ੍ਰੇਮ ਆ ਗਿਆ, ਫੇਰ ਚਲਾ ਗਿਆ। ਫੇਰ ਪ੍ਰੇਮ ਨਾਲ ਰਿਪਲੇਸ ਹੋ ਜਾਏਗਾ ਜਦੋਂ ਹਉਮੈ ਹੁਕਮ ਵਿੱਚ ਆ ਜਾਏਗੀ, ਨਾਮ ਨਾਲ ਜੁੜ ਜਾਏਗੀ। ਹਉਮੈ ਤਿਆਗੀ ਜਾਏਗੀ,
ਤਾਂ ਫੀਅਰਲੈਸ ਹੋ ਜਾਏ, ਕਿਉਂਕਿ ਜੋ ਕੁਝ ਮੌਤ ਨੇ ਮੇਰੇ ਤੋਂ ਲੈਣਾ ਹੈ ਉਹ ਤਾਂ ਮੈਂ ਵੈਸੇ ਹੀ ਤਿਆਗ ਦਿੱਤਾ ਹੈ। ਤਾਂ ਭਗਤ ਕਬੀਰ ਦੀ ਗੱਲ ਚੱਲਦੀ ਸੀ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਉਹ ਤਾਂ ਕਹਿੰਦੇ ਨੇ ਮੈਂ ਆਨੰਦ ਨਾਲ ਜੁੜ ਰਿਹਾ। ਤੁਸੀਂ ਕਾਹਦੇ ਵਾਸਤੇ ਰੋਂਦੇ ਹੋ? ਇਹ ਸਰੀਰ ਦੇ ਤਿਆਗਣ ਤੇ ਰੋਂਦੇ ਹੋ। ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਇਹ ਹੁਣ ਸਰੀਰ ਦੀ ਜਿਹੜੀ ਰੋਕ ਹੈ ਉਹ ਵੀ ਗਈ, ਪੂਰਨ ਪਰਮ ਦੇ ਵਿੱਚ ਵਾਸਾ ਰੱਖਾਂਗੇ। ਮਰਤਾ ਮਰਤਾ ਜਗ ਮੂਆ ਮਰ ਵੀ ਨਾ ਜਾਣੇ ਕੋਏ। ਮਹਾਰਾਜ ਕਹਿੰਦੇ ਨੇ ਕਿ ਸਭੀ ਮਰ ਰਹੇ ਹਨ, ਪਰ ਮਰਨਾ ਹੈ ਕੀ ਇਹ ਤਾਂ ਨਹੀਂ ਜਾਣ ਰਹੇ। मरता मरता जग मुआ मर भी ना जाने कोई, ऐसी मरनी जो मरे। जिसने मौत नूं जान लिया मृत्यु की है, भौर ना मरना होए, उहदे लई मौत है ही नहीं। थोड़ा समझिए गल नूं। ईगो माइंड जिहड़ा है, हौमे वाला मन, वो डरेगा। और किस तो डरेगा? दुख तो डरेगा। सारे दुखों का बीज की है? मृत्यु है। मृत्यु अल्टीमेट लॉस है जीवन का, और अल्टीमेट लॉस तो ही सारे फीयर्स आ रहे हैं। मेरे को जो है वो लिता ना जाए, मैनू कुछ मिल जाए उसकी कामना, या मेरे को जो है वो चले ना जाए। ये दो दुख हैं दुनिया में, ये दो कारण हैं जिन्हां करके दुख है। तो महाराज कहते हैं कि ऐसी मरनी जिसने मर ली। मैं हुण अवॉइड करता हाँ दुख और प्रेम, दुख और दर्द नूं। तो अल्टीमेट दुख और दर्द डेथ है, मृत्यु है। तो मैं सुचेत नहीं रहिंदा जदों मृत्यु आती है, सबकॉन्शियस अनकॉन्शियस हो जाना, क्योंकि पेन बहुत ज़्यादा है। तो मृत्यु विच की वरत्या वो मैनूं पता नहीं लगता। तो मैं जानदा नहीं मृत्यु है की, मैनूं ज्ञान ही नहीं है। तो मैं बार बार फिर मृत्यु मैनूं जीवन विच आना पैंदा है, क्योंकि मैं मृत्यु नूं ट्रांसेंड नहीं कर पा रहा। जब मैं उन्होंने जान ही नहीं पा रहा, उहदे बियॉन्ड किवें जावांगा? ऐसी मरनी जो मरे, भौर ना मरना होए। महाराज ने नाम दे नाल जुड़ के सानू एक जीवन की यह विधि समझाई है, जिहदे नाल जीवन का तत्त ज्ञान समझ आ जाए। इस जीवन नूं जींदे होए, नॉट इन डिनायल ऑफ द लाइफ बट वाइल लिविंग लाइफ आई कैन ट्रांसेंड इट, गुरु कह रहा है। और यह एग्जाम्पल साडे सामने अनेका ही साडी हिस्टरी तो आ रहे हैं। इस आनंद दी कंडीशनस कोई नहीं हैं सिवाय इहदे कि मैं गुरु नाल सांझ पा ली। और गुरु नाल सांझ पाण दी एक विधि है कि मैं मन नूं एकागर कर लिया। मुंदा संतोख सरम पत चोली, ध्यान की करे विभूत। मैं ध्यान मतलब की है महाराज? मैं बैठ गया, सोच तो विचारां तो परे चला गया, एकागर मन हो गया। गुरु कह रहे एक मन सावधान एकागर चीत। गुरु अर्जन साहब करे महाराज जदों बाणी विच पईए, सावधान होइए, एकागर चित होइए, शब्द नाल जुड़िए। शब्द सानू इस दुख दे मन तो आनंद दे मन वल लै जाएगा। यह सारी गल ही इत्थे है। और वो आनंद जिहड़ा फिर महाराज कहते हैं साडे तो कोई लै नहीं सकेगा, फिर नाल सहज आएगा। कह रहे हैं मन विच वधाइयां आउणगीआं, मन दा जिहड़ा शिखर है उसदी प्राप्ति हो जाएगी। आनंद आनंद सबको कहे, आनंद गुरु ते जाने। सब में जोत जोत है सोए, तिसते चानन सब में चानन होए। सारी दुनिया विच जोत वसदी है, सब विच इंसानां विच वसदी है, पर इहदी एक विधि है, गुर साखी जोत प्रगट होए। असी गुरु नाल सांझ पाणी है। यह धर्म की कमाई ही यह है, गुरु नाल सांझ पाणी। इसे लिए गुरुद्वारे हैं। आनंद साहब विच महाराज बड़ी प्यारी गल करते हैं, गुरुद्वारे लाए भावनी एक ना 10वां द्वार दिखाए। भावना इमोशंस, अंग्रेज कहते इमोशंस द लंग्स ऑफ लाइफ। मौलाना रूमी कहते कि व्हेन यू डू समथिंग फ्रॉम योर सोल
then a river of happiness flows within you. देखना यही भगत कबीर भी कहते, आसमान में आने लहंग दरिया गुसल कर दंबूद। ਇਹ ਮੇਰਾ ਪੋਟੈਂਸ਼ੀਅਲ ਹੈ, ਇਹ ਆਪ ਦਾ ਹੈ, ਮੇਰਾ ਹੈ, ਸਾਡੇ ਸਭ ਦਾ ਹੈ। ਇਹ ਸਾਡੇ ਨਾਲ ਲਿਖਿਆ ਹੈ। ਜੋ ਨਾਲ ਲਿਖਿਆ ਸੀ ਨਹੀਂ ਕਮਾਇਆ ਤਾਂ ਫਿਰ ਹਾਰ ਕੇ ਜਾਵਾਂਗੇ। ਜੋ ਨਾਲ ਲਿਖਿਆ ਅਗਰ ਉਸ ਨੂੰ ਕਮਾਇਆ, ਉਸ ਨੂੰ ਸੀਰੀਅਸਲੀ ਜੀਵਨ ਵਿੱਚ ਉਤਾਰਿਆ, ਉਸ ਵੱਲ ਜੀਵਨ ਤੋਰਿਆ ਤਾਂ ਗੁਰਮੁਖ ਬਣ ਸਕਾਂਗੇ। ਦੋ ਜੀਵਨ ਹਨ। ਗੁਰੂ ਨੇ ਦੋ ਜੀਵਨ ਪ੍ਰਗਟ ਕੀਤੇ ਆਨੰਦ ਸਾਹਿਬ ਦੀ ਪਹਿਲੀ ਪੌੜੀ ਵਿੱਚ। ਇੱਕ ਤਾਂ ਮੇਰੇ ਮਾਤਾ ਦੇ ਗਰਭ ਚੋਂ ਮੇਰਾ ਜੀਵਨ ਹੋਇਆ, ਸਰੀਰ ਮਿਲਿਆ, ਹਉਮੈ ਦਾ ਜੀਵਨ ਮਿਲਿਆ। दूसरा जीवन केड़ा है महाराज? सतगुर के जन्म में गमन मिटाया, सिद्धघोष। सतगुरु ने सानू दूसरा जन्म दिता, ਉਹਦੇ ਵਿੱਚ ਗਮਨ ਮਿਟ ਗਿਆ, ਆਵਾਗਮਨ, ਵੌਂਡਰਿੰਗ ਮਿਟ ਗਈ, ਮਨ ਸਟੇਬਲ ਹੋ ਗਿਆ, ਮਨ ਥਿਰ ਹੋ ਗਿਆ, ਮਨ ਆਜ਼ਾਦ ਹੋ ਗਿਆ, ਮਨ ਆਨੰਦ ਵਿੱਚ ਬਸ ਗਿਆ। ਉਹੀ ਸਾਹਿਬ ਫਿਰ ਪ੍ਰਗਟ ਕਰਦੇ ਹਨ, ਆਨੰਦ ਪਿਆ ਮੇਰੀ ਮਾਏ, ਮੇਰੀ ਮਾਤਾ ਦਾ ਦਿੱਤਾ ਜਨਮ। ਸਤਿਗੁਰੂ ਮੈਂ ਪਾਇਆ, ਹੁਣ ਮੈਂ ਗੁਰੂ ਨੂੰ ਮਿਲ ਗਿਆ। ਹੁਣ ਦੋਨਾਂ ਦੇ ਨਾਲ ਮਾਤਾ ਦੇ ਗਰਭ ਚੋਂ ਜਿਹੜਾ ਜੀਵਨ ਮਿਲਿਆ, ਗੁਰੂ ਨੂੰ ਮਿਲਿਆ, ਉਸ ਦੇ ਨਾਲ ਜੀਵਨ ਦਾ ਜਿਹੜਾ ਸਿਖਰ ਹੈ, ਜਿਹੜੀ ਪਰਫੈਕਸ਼ਨ ਹੈ ਲਾਈਫ ਦੀ, ਜਿੱਥੇ ਉਡਾਰੀ ਹੈ ਜੀਵਨ ਦੀ, ਜਿਸ ਨੂੰ ਸਾਹਿਬ ਨੇ ਆਨੰਦਪੁਰ ਸਾਹਿਬ ਕਿਹਾ ਹੈ, ਭਗਤ ਕਬੀਰ ਨੇ ਬੈਕੁੰਠ ਕਿਹਾ ਹੈ। ਚੱਲ ਰੇ ਬੈਕੁੰਠ ਤੁਝੇ ਲੈ ਤਾਰੋ, जे हिच है तो प्रेम के चाबुक मारो। चल रे, मैं चलना है, तुसी चलना है, सब ने चलना है। चल रे, मेरे मन ने चलना है। चलो ना, सारे मिल के चलिए, क्यों ना चलिए। धर्म, जाति, भाषा ये सब तोड़ दईए, बंधन प्रेम के बंधन पाइए। मैं सिख हाँ, मैं हिंदू हाँ, मैं ईसाई हाँ, मैं मुसलमान हाँ, ਅਸੀਂ ਸਾਰੇ ਪ੍ਰੇਮੀ ਹਾਂ ਨਿਰੰਕਾਰ ਦੇ, ਇੱਕ ਰੱਬ ਦੇ। ਉਸ ਨਾਲ ਜੁੜੀਏ ਨਾ ਮਹਾਰਾਜ। ਭਗਤ ਰਵਿਦਾਸ ਚਮਾਰਾਂ ਦੇ ਗੁਰੂ ਹਨ ਮਹਾਰਾਜ। ਗੁਰੂ ਗ੍ਰੰਥ ਸਾਹਿਬ 'ਚ ਅਸੀਂ ਮੱਥਾ ਟੇਕਦੇ ਹਾਂ, ਕਿੰਨੀ ਪਿਆਰੀ ਬਾਣੀ। ਉਹ ਕਹਿੰਦੇ ਨੇ, ਮੈਂ ਤਾਂ ਇੱਕ ਐਸੇ ਸ਼ਹਿਰ ਦਾ ਵਾਸੀ ਹਾਂ ਜਿੱਥੇ ਗਮ ਨਹੀਂ ਹੈ, नो फियर, नो गम। बेगमपुरा शहर को नाओ, दुख अंदो नहीं तय थाओ, ना तस्वीस खिराज ना माल, खौफ ना खता ना तर्ज जवाल। अब मोहे खूब वतन गए, राहो दी तो कह बन, अब मोहे खूब वतन गए पाई, उहा खैर सदा मेरे भाई। सदा ली खैर किदे हो सकती? जुड़न नाल, नाम नाल सदा खैर होएगी। की कह रहे हैं? ना एंगजाइटी है, खिराज ना मन, ना टैक्स है उत्थे, खौफ ना खता, ना डर है, ना गलती है। अब मोहे खूब वतन गए पाई, उहा खैर सदा मेरे पाई। सदा दी खैर आनंद विच है महाराज। यह आनंद दी बाणी है जिहड़ी शब्द दी सांझ नाल मिलदी है। गुरु मन नूं प्रेरदे हन, मन नाल गल करदे हन। दसवें पिता आदेश करदे हन, आत्म उपदेश, अपने मन नूं उपदेश करिए। असीं दुनिया नूं उपदेश करन तुर जांदे हां बहुत जल्दी, अपने आप नूं तां मानिया नहीं, दुनिया नूं मनाउण तुर गए। एनर्जी खराब हो गई, बोलत बोलत बड़े बेकारा। असी कमाना है, सांझे होके कमाना है, सच्चे होके कमाना है, मिल के कमाना है, जुड़ के कमाना है, सांझ विच कमाना है, शब्द विच कमाना है। दुनिया दे और अपने सोल्यूशनस लभने हैं तां नाम चों निकलणगे। यह जिहड़ा आनंद महाराज ने सानू समझाया है, जीवन दे कणके कणके विच वसिया है। आनंद रूप रवियो सब मध्य, जत कत पेखू जाई। ਇੱਥੇ ਫਿਰ ਰੈਸਟ ਵੀ ਹੈ। ਜਿਸ ਰੈਸਟ ਨੂੰ ਅਸੀਂ ਲੱਭਦੇ ਹਾਂ, ਜਿਹੜੀ ਨੀਂਦਰ ਵਿੱਚ ਸਾਨੂੰ ਕਈ ਵਾਰ ਨਹੀਂ ਮਿਲਦਾ ਰੈਸਟ। ਨੀਂਦ ਵਿੱਚ ਕਿਵੇਂ ਰੈਸਟ ਮਿਲਦਾ? ਜਦੋਂ ਸੁਖੋਪਤ ਵਿੱਚ ਚਲੇ ਜਾਂਦਾ ਮਨ, ਥਾਟਲੈਸ ਸਟੇਟ ਵਿੱਚ ਚਲਾ ਜਾਂਦਾ ਹੈ, ਤਾਂ ਥੋੜੇ ਜਿਹੇ ਉਸ ਨੂੰ ਉਸ ਨਿਰੰਕਾਰ ਦੇ ਨਾਲ ਜੁੜਦਾ ਹੈ।
ਤਾਂ ਹੀ ਸਾਨੂੰ ਨੀਂਦ ਐਨਰਜਾਈਜ਼ ਕਰਦੀ ਹੈ। ਅਗਰ ਤੁਸੀਂ ਨੀਂਦ ਕਿਸੇ ਦੀ ਲੈ ਲਓ, ਉਹ ਮਰ ਜਾਏਗਾ, ਜੀ ਨਹੀਂ ਪਾਏਗਾ, ਪਾਗਲ ਹੋ ਜਾਏਗਾ। ਪਰ ਜੇ ਯੋਗੀ ਹੈ ਕੋਈ, ਯੋਗ ਦਾ ਮਤਲਬ ਕੀ? ਜੁੜਨਾ, ਜਿਹੜਾ ਸ਼ਬਦ ਨਾਲ ਜੁੜਿਆ ਹੈ। ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਹੈ ਕਿ ਉਠਤ ਬੈਠਤ ਸੋਵਤ ਜਾਗਤ, 8 ਪਹਿਰ। ਦੇਖੋ ਕੰਡੀਸ਼ਨਸ, ਫਿਜ਼ੀਕਲ ਕੰਡੀਸ਼ਨਸ ਖਤਮ ਕਰ ਦਿੰਦੇ। ਕਹਿੰਦੇ ਨਾ ਤਾਂ ਉੱਠਣ ਔਰ ਬੈਠਣ ਦੇ ਵਿੱਚ, ਉਹ ਤਾਂ ਕਹਿੰਦੇ ਤੁਰਦੇ ਫਿਰਦੇ ਭਗਤੀ ਹੋ ਰਹੀ ਮਹਾਰਾਜ, ਸ਼ਬਦ ਚੱਲਦਾ ਹੈ ਹਜੂਰ। ਬੀਬੀ ਪੁੱਛਦੀ ਸੀ ਹੁਣੇ, ਅੱਖੀ ਬਾਝੋਂ ਦੇਖਣਾ, ਬਿਨ ਕੰਨਾ ਸੁਣਨਾ। ਕਿਵੇਂ ਦੇਖਦੇ ਹਾਂ ਸਾਹਿਬ? ਕਈ ਵਾਰ ਸਾਡੇ ਸਾਹਮਣੇ ਕੋਈ ਆਂਦਾ ਹੈ, ਕਹਿੰਦਾ ਹੈ ਤੁਸੀਂ ਮੈਨੂੰ ਦੇਖਿਆ ਨਹੀਂ, ਮੈਂ ਤੁਹਾਡੇ ਸਾਹਮਣੇ ਲੰਘ ਗਿਆ। ਤਾਂ ਮੈਂ ਕਹਿੰਦਾ ਮੇਰਾ ਧਿਆਨ ਕਿਧਰੇ ਹੋਰ ਸੀ, ਗਲਤੀ ਹੋ ਗਈ। ਤਾਂ ਅਸੀਂ ਦੇਖਦੇ ਕਿਸ ਤਰ੍ਹਾਂ? ਅਸੀਂ ਧਿਆਨ 'ਚੋਂ ਦੇਖਦੇ ਹਾਂ। ਅੱਖਾਂ ਤਾਂ ਟੂਲਸ ਨੇ। ਜੇ ਮਨ ਇਕਾਗਰ ਹੋ ਜੇ ਤਾਂ ਮਨ ਦੇਖਣ ਦੀ ਸ਼ਮਤਾ ਰੱਖਦਾ ਹੈ। ਡਾਇਮੈਂਸ਼ਨਸ ਅਲੱਗ ਹਨ, ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ। ਕੋਈ ਫਾਰਮ ਨਹੀਂ ਹੈ ਉੱਥੇ, ਫਾਰਮਲੈਸ ਨਿਰੰਕਾਰ ਦੇ ਵਿੱਚ ਅਸੀਂ ਚੱਲਦੇ ਹਾਂ। ਕੋਈ ਮੂਰਤੀ ਨਹੀਂ ਹੈ ਉੱਥੇ। ਮੈਂ ਆਪ ਨਾਲ ਸ਼ੇਅਰ ਕਰਾਂਗਾ, ਤੋਤਾਪੁਰੀ ਵਿਵੇਕਾਨੰਦ ਗੁਰੂ, ਪਰਮਹੰਸ ਦਾ ਗੁਰੂ, ਪਰਮਹੰਸ ਵਿਵੇਕਾਨੰਦ ਦਾ ਗੁਰੂ, ਇਹ ਪੈਰੰਬੂਰ। ਤਾਂ ਉਹ ਕਾਲੀ ਦਾ ਭਗਤ ਸੀ। ਜਿਸ ਮੰਦਿਰ ਦਾ ਉਹ ਪੁਜਾਰੀ ਸੀ, ਉਹ ਸ਼ੂਦਰ ਦਾ ਮੰਦਿਰ ਸੀ, ਉਹਨੂੰ ਪੁਜਾਰੀ ਨਹੀਂ ਸੀ ਲੱਭਦਾ। ਉਹ ਬੀਬੀ ਨੇ ਕਿਹਾ ਮੈਨੂੰ ਪੰਡਤ ਚਾਹੀਦਾ ਹੈ, ਤੇ ਇਹਨੇ ਕਿਹਾ ਮੈਂ ਬਣਾਂਗਾ ਤੁਹਾਡਾ ਪੰਡਤ, ਪਰ ਇੱਕ ਸ਼ਰਤ ਹੈ, ਮੇਰੇ ਸਮੇਂ ਦਾ ਕੋਈ ਬੰਧਨ ਨਹੀਂ ਹੈ, ਮੈਂ ਜਦੋਂ ਜੀ ਕਰੇਗਾ ਪੂਜਾ ਕਰਾਂਗਾ। ਤੇ ਇਹ ਰਾਤੀ 4 ਵਜੇ ਕਦੇ ਸ਼ੁਰੂ ਹੋ ਜਾਏ, ਕਦੇ 2 ਵਜੇ ਸ਼ੁਰੂ ਹੋ ਜਾਏ, ਕਦੇ 4 ਦਿਨ ਦਰਵਾਜ਼ਾ ਬੰਦ ਰਹੇ। ਮਸਤਾਨਾ ਆਦਮੀ। ਤਾਂ ਕਾਲੀ ਦਾ ਫਾਰਮ ਦੇ ਦਰਸ਼ਨ ਕਰਦਾ ਸੀ, ਤੇ ਫਾਰਮ ਦਾ ਧਿਆਨ ਵਿੱਚ ਫਾਰਮ ਆਉਂਦਾ। ਇਹਦੀ ਹਿਸਟਰੀ 'ਚ ਲਿਖਿਆ, ਦੇਖਣਾ, ਉਹਦੀ ਕਿਤਾਬ ਹੈ, ਉਹ 'ਚ ਲਿਖਿਆ। ਤਾਂ ਤੋਤਾਪੁਰੀ ਨੂੰ ਮਿਲਿਆ, ਉਹ ਇੱਕ ਪੂਰਨ ਮਹਾਪੁਰਸ਼ ਬ੍ਰਹਮ ਗਿਆਨੀ। ਕਹਿੰਦੇ ਮੇਰੇ ਅੱਗੇ ਕਾਲੀ ਆ ਜਾਂਦੀ ਹੈ। ਤਾਂ ਤੋਤਾਪੁਰੀ ਨੇ ਕਿਹਾ ਕਾਲੀ ਤੇ ਤੇਰੀ ਬਣੀ, ਤੂੰ ਫਾਰਮ ਬਣਾਇਆ, ਇਹਨੂੰ ਖਤਮ ਕਰ, ਇਹਦੇ ਬਿਯੋਂਡ ਜਾ। ਕਹਿੰਦੇ ਹੁੰਦਾ ਹੀ ਨਹੀਂ। ਤਾਂ ਫਿਰ ਤੋਤਾਪੁਰੀ ਨੇ ਉਹਨੂੰ ਕਿਹਾ ਤੂੰ ਧਿਆਨ 'ਚ ਬੈਠ, ਤੇ ਉਹਦੇ ਸਿਰ ਤੇ ਕੱਟਿਆ। ਕਹਿੰਦਾ ਮੈਂ ਤੇਰੇ ਮੱਥੇ ਨੂੰ ਕੱਟਾਂਗਾ, ਤੇ ਤੂੰ ਆਪਣੇ ਅੰਦਰ ਦੀ ਦੀਵਾਰ ਲੈ ਕੇ ਕਾਲੀ ਨੂੰ ਕੱਟ ਦੇ, ਇਹਦੇ ਪਾਰ ਜਾ, ਫਾਰਮ ਦੇ ਪਾਰ ਜਾ। ਫਾਰਮ ਦੇ ਪਾਰ ਜਾਣਾ। ਜਦੋਂ ਅਸੀਂ ਧਿਆਨ ਵਿੱਚ, ਸ਼ਬਦ ਵਿੱਚ ਬੈਠੀਏ, ਇਮੈਜੀਨੇਸ਼ਨ ਨਹੀਂ ਕਰਨੀ ਕਿ ਵੀ ਇਹ ਫਾਰਮ ਹੈਗਾ, ਲੋੜ ਹੀ ਨਹੀਂ ਹੈ। ਧਿਆਨ ਵਿੱਚ ਬੈਠਣਾ, ਸ਼ਬਦ ਵਿੱਚ ਬੈਠਣਾ, ਸ਼ਬਦ ਦੇ ਅਭਿਆਸ ਵਿੱਚ। ਘੜੀਏ ਸ਼ਬਦ ਸੱਚੀ ਟਕਸਾਲ, ਤਾਂ ਜਾਪ ਸੋ ਅਜਪਾ ਜਪੇ। ਤਾਂ ਫਿਰ ਇਹ ਜਿਹੜਾ ਅਸੀਂ ਦੇਖਦੇ ਹਾਂ, ਅੱਖੀ ਬਾਝੋਂ ਦੇਖਣਾ, ਤਾਂ ਕੀ ਹੋ ਰਿਹਾ ਉਹਦਾ ਗਿਆਨ ਮਿਲ ਜਾਂਦਾ। ਕਿਉਂਕਿ ਮਨ ਵਿੱਚ ਸਾਰਾ ਗਿਆਨ ਹੈ, ਪਿਛਲੇ ਜਨਮਾਂ ਦਾ ਗਿਆਨ ਹੈ। ਇਹ ਨਹੀਂ ਅਸੀਂ ਕਹਿ ਸਕਦੇ ਵੀ ਕਿਧਰ ਦਾ, ਅਸੀਂ ਕਿਸ ਪਾਸੇ ਨੂੰ ਧਿਆਨ ਕਰਾਂਗੇ ਉਹਦਾ ਗਿਆਨ ਹੋ ਸਕਦਾ। ਕਿਸੇ ਨੂੰ ਅਭਿਆਸ ਹੋਏ ਤਾਂ। ਬਿਨ ਕੰਨਾ ਸੁਣਨਾ, ਸ਼ਬਦ ਤਾਂ ਅਜਪਾ ਹੀ ਕਹਿ ਰਹੇ ਹਨ ਮਹਾਰਾਜ। ਸਤਿਗੁਰ ਸ਼ਬਦ ਸੁਣਾਇਆ, ਕਿਵੇਂ ਸੁਣਾਏਗਾ ਗੁਰੂ ਸ਼ਬਦ? ਫਿਜ਼ੀਕਲ ਤੇ ਹੈ ਨਹੀਂ ਸਾਡੇ ਸਾਹਮਣੇ। ਤਾਂ ਜਦੋਂ ਅਸੀਂ ਮਿਊਜ਼ਿਕ ਦੇ ਟ੍ਰੈਡੀਸ਼ਨ ਵਿੱਚ, ਅਸੀਂ ਮਿਊਜ਼ਿਕ ਵਿੱਚ ਬੈਠਦੇ ਹਾਂ, ਤਾਂ ਉਹ ਕਹਿੰਦਾ ਮੇਰੇ ਅੰਦਰ ਰਾਗ ਜਗਦਾ ਹੈ। ਉਹ ਰਾਗ ਕਿੱਥੋਂ ਆ ਰਿਹਾ? ਸਤਿਗੁਰ ਸ਼ਬਦ ਸੁਣਾਇਆ। ਜਦੋਂ ਮੈਂ ਸ਼ਬਦ ਦੇ ਅਭਿਆਸ ਵਿੱਚ ਬੈਠਦਾ ਹਾਂ, ਜਿਵੇਂ ਖੂਹ ਵਿੱਚ ਅਸੀਂ ਪਾਣੀ ਪਾਉਂਦੇ ਹਾਂ, ਅਸੀਂ ਪੰਪ ਲਗਾਉਂਦੇ ਹਾਂ, ਧਰਤੀ ਦੇ ਥੱਲੇ ਜਿਹੜਾ ਸੋਮਾ ਹੈ ਪਾਣੀ ਦਾ, ਉਹਨੂੰ ਖਿੱਚਦੇ ਹਾਂ। ਇਸੇ ਤਰ੍ਹਾਂ ਸ਼ਬਦ ਦੀ ਹਜ਼ੂਰੀ ਹੈ, ਅਸੀਂ ਉਸ ਨੂੰ ਇਨਵਾਈਟ ਕਰਨ ਵਾਸਤੇ ਆਪਣੇ ਮਨ ਵਿੱਚ ਸ਼ਬਦ ਪਾਉਂਦੇ ਹਾਂ। ਗਾਵੀਏ, ਸੁਣੀਏ, ਤਾਂ ਕਿ ਕਨੈਕਸ਼ਨ ਬਣ ਜੇ ਮਨ ਦਾ ਸ਼ਬਦ ਨਾਲ, ਰਾਹ ਖੁੱਲ ਜੇ। ਤਾਂ ਪਾਣੀ ਉੱਪਰੋਂ ਪਾਉਂਦਾ ਪੰਪ ਵਿੱਚ, ਵੈਕਿਊਮ ਖਤਮ ਹੋ ਜਾਏ ਤਾਂ ਪਾਣੀ ਥੱਲੋਂ ਖਿੱਚਾਂਗੇ। ਇਸ ਤਰ੍ਹਾਂ ਦਾ ਕੁਝ ਐਕਸਪਲੇਨ ਕਰਨ 'ਚ ਮੇਰੀ ਗਲਤੀ ਵੀ ਹੋ ਸਕਦੀ ਹੈ। ਪਰ ਜਿਹੜਾ ਅਸੀਂ ਸ਼ਬਦ ਆਪਣੇ ਮਨ ਵਿੱਚ ਜਗਾ ਰਹੇ ਹਾਂ, ਮਨ ਨਾਲ ਸ਼ਬਦ ਗਾ ਰਹੇ ਹਾਂ, ਤਾਂ ਉਸ ਸ਼ਬਦ ਜਿਹੜੀ ਹਜ਼ੂਰੀ
ਨਿਰੰਕਾਰ ਦੀ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਉਸ ਨਾਲ ਜੁੜਨ ਦੀ ਵਿਧੀ ਬਣਾਉਂਦੇ ਹਾਂ ਮਹਾਰਾਜ। ਤੇ ਇਹ ਸ਼ਬਦ ਨਾਲ ਜੁੜਨਾ ਆਨੰਦ ਦੇ ਦਰਵਾਜ਼ੇ ਖੋਲਣਾ ਹੈ। ਉਹ ਆਨੰਦ ਜਿਹੜਾ ਫਿਰ ਮੇਰੇ ਤੋਂ ਕੋਈ ਲੈ ਨਹੀਂ ਪਾਏਗਾ। ਗੁਰ ਸਾਖੀ ਜੋਤ ਪ੍ਰਗਟ ਹੋਏ, फिर ये जीवन का शिखर है महाराज। सतगुर के जन्मे गमन मिटाया। गुरु नूं मिलन नाल जीवन का भ्रमण मिट गया, आज़ादी मिल गई, बंधन खत्म हो गए। बंधन मैं किसका बनिया हाँ? हौमे का बनिया हाँ। हौमे दे नाल कर्म है, कर्म करके मैं बनिया जाता हाँ। जो मैं करदा हाँ फिर मैनूं उहनूं भोगना है। ते कर्म दे विच आज़ादी है कि महाराज? गुरु कहता कर्म की थ्योरी दे विच ही जियांगे तो फिर उहदे विच ही फसे रवांगे। मैं जिहड़ी भुल्लां करदा हाँ वो खत्म नहीं होणगीਆਂ जब तक मैं शब्द नाल नहीं जुड़ांगा, क्योंकि शब्द उस स्ट्रक्चर ऑफ मन नूं बदलदा है। घड़िए शब्द सच्ची टकसाल, वो असल वैल्थ सिख दी शब्द नाल मन नूं करना है, ताकि वो तैयारी हो जाए जुड़न दी। घड़िए शब्द सच्ची टकसाल, जिनको नदर करम तिनका। निरंकार दी नदर होए, गुरु दी नदर होए, गुरु दा प्रेम होए। गुरु दे प्रेम नूं बुलाना है असीं। तां असीं अपनी भुल्लां वल ध्यान ज़्यादा करते हैं, नाम वल ध्यान करना है। भुल्लां नूं नाम मिटाएगा। ਇਹ महाराज सानूं समझा रहे हैं कि नाम दे रस्ते तो मैं अपने मन दियां भुल्लां नूं, रोगां नूं, रोग सोग सब मिट गए, नित नवां रेरोआ। आप खुदाए रास विच आप खलोआ। मैं मन नूं अर्पण करना है तां ही इस रस्ते चलांगा। सेवा विच उतरना है तां ही इस रस्ते चलांगा। सहज विच तां ही आ पावांगा। संतोख भी तां ही मिल पाएगा। मैं लंबा गल करन दी वल ना टुरा। आप नाल 2 सैशनस होए हैं, आपका बहुत धन्यवाद। आपनूं बहुत गुरु की कृपा है। जिहड़ा प्रश्न असी जीवन तो पुछदे हाँ उस तरह का जीवन साडा बनदा है। असी नाम लभांगे, गुरु नूं लभांगे, निरंकार नूं मिलन दे वल तुरांगे, जीवन उस तरह का चल पेगा। आप ਵਧਾਈ ਦੇ ਪਾਤਰ ਹੋ कि आप गुरु नूं मिलन दी आस रखते हो। ਇਹਦੇ ਨਾਲ प्रेम असी जोड़ दईए तो गुरु हाजिर हो जाएगा। भगत गुरदास भाई गुरदास कहते हैं, चरण शरण गुर एक पैंडा जाए, चल सतगुर कोट पैंडा आगे हो ले। एक बार सतगुर मंत्र सिमरन मात, सिमरन ताहे बारंबार गुर हेत। असी या तो इहनूं गलत समझते हैं कि झूठ लिखिया है। बड़ी प्यारी कथा है गुरु हरगोबिंद साहब समय दी। भावनी भगत बाए कौडी अगर भाग राखे, ताहे गुर सर्व निधान दान देते हैं। भावना नाल गुरु नूं मिलना है। भाख्या भाव अपार, गुरु नूं मिलन दी भाषा ही भावना है। मन नूं जोड़न दी भाषा ही भावना है। गुरुद्वारे लाए भावनीक ना 10वां द्वार दिखाया। प्रेम नाल जदों प्रेम नाल गुरु कोल जावांगे सारे दुख मिटा देगा, सारे रोग खत्म कर देगा, सारी गलतियां माफ कर देगा, सानू आलिंगन कर देगा, जोड़ लेगा। नानक भगतां सदा विगास, सुनिए दुख पाप का नाश। बहुत धन्यवाद। वाहिगुरु जी का खालसा, वाहिगुरु जी
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਵੀਰ ਰਾਜਵੀਰ ਸਿੰਘ ਜੀ ਦਾ, ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ। ਇੱਥੇ ਆ ਕੇ ਜੋ ਗੁਰੂ ਗ੍ਰੰਥ ਸਾਹਿਬ ਸ਼ਾਰਟ ਟਰਮ ਕੋਰਸ ਹੈ ਉਸ ਦੇ 2 ਵਿਸ਼ਿਆਂ ਦੇ ਨਾਲ ਆਪ ਜੀ ਦੀ ਸਾਂਝ ਪਵਾਈ। ਮੈਂ ਬੇਨਤੀ ਕਰਾਂਗਾ ਗੁਰਮਤਿ ਕਾਲਜ ਦੇ ਚੇਅਰਮੈਨ ਵੀਰ ਜਤਿੰਦਰਪਾਲ ਸਿੰਘ ਜੀ ਗੋਲਡੀ ਵੀਰ ਜੀ ਵੀਰ ਰਾਜਵੀਰ ਸਿੰਘ ਜੀ ਦਾ ਸਨਮਾਨ ਕਰਨਗੇ। ਸਰਦਾਰ MP ਸਿੰਘ ਜੀ ਵੀ ਸਾਡੇ ਵਿੱਚ ਆਏ ਨੇ, ਉਹ ਵੀ ਅੱਗੇ ਆ ਜਾਣਗੇ। ਉਹ ਵੀ ਭਾਈ ਹਰਜੀਤ ਸਿੰਘ ਜੀ, ਵੀਰ ਸਤਨਾਮ ਸਿੰਘ ਜੀ, ਵੀਰ ਜੀ ਬੋਲੇ ਸੋ ਨਿਹਾਲ। ਇੱਕ ਵਾਰੀ ਫੇਰ ਗੁਰਮਤਿ ਕਾਲਜ ਵੱਲੋਂ ਸਾਰੇ ਸਟੂਡੈਂਟਸ ਵੱਲੋਂ ਵੀਰ ਰਾਜਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਵੀਰ ਜੀ ਨੇ ਆਪਣੇ ਬੜੇ ਸ਼ਡਿਊਲ ਦੇ ਵਿੱਚੋਂ ਸਮਾਂ ਕੱਢਿਆ ਤੇ ਇੱਥੇ ਆ ਕੇ ਜੋ ਆਪ ਜੀ ਨੂੰ ਬੇਨਤੀ ਕੀਤੀ ਗਈ ਸੀ, ਜੋ ਵਿਸ਼ੇ ਦੀ ਗੱਲ ਹੋਈ ਸੀ, ਉਹ ਵੀਰ ਜੀ ਨੇ ਸਾਂਝੇ ਕੀਤੇ। ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਸੈਚਰਡੇ ਨੂੰ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ, ਜੋ ਤੁਸੀਂ ਮੇਰੇ ਖਿਆਲ ਦੇ ਨਾਮ ਦੀ ਸਾਨੂੰ ਕੋਈ ਜਾਣ ਪਛਾਣ ਦੀ ਲੋੜ ਨਹੀਂ ਹੈ, ਉਹ ਸਾਡੇ ਵਿੱਚ ਇੱਥੇ ਆ ਕੇ 2 ਵਿਸ਼ਿਆਂ ਦੇ ਨਾਲ ਉਹਨਾਂ ਨੇ ਸਾਂਝ ਪਾਣੀ ਹੈ। ਤੇ ਐਤਵਾਰ ਨੂੰ ਡਾਕਟਰ ਦਿਲਬਰ ਸਿੰਘ ਜੀ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੀ ਪੜ੍ਹਾ ਚੁੱਕੇ ਨੇ ਤੇ ਅੱਜਕੱਲ ਯੂਥ ਸਰਵਿਸਿਜ਼ ਪੰਜਾਬ ਗਵਰਨਮੈਂਟ ਦੇ ਡਾਇਰੈਕਟਰ ਨੇ, ਉਹਨਾਂ ਨੇ ਇੱਥੇ ਆਉਣਾ ਹੈ। ਸੈਚਰਡੇ ਨੂੰ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ ਤੇ ਸੰਡੇ ਨੂੰ ਡਾਕਟਰ ਦਿਲਬਰ ਸਿੰਘ ਜੀ। ਆਪ ਸਾਰਿਆਂ ਨੇ ਉਸ ਦਿਨ ਵੀ ਆਉਣਾ। ਤੇ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਵੀਰ ਜਤਿੰਦਰਪਾਲ ਸਿੰਘ ਜੀ ਗੋਲਡੀ ਵੀਰ ਜੀ ਸਭ ਦਾ ਧੰਨਵਾਦ ਕਰਨਗੇ। ਗੋਲਡੀ ਵੀਰ ਜੀ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਦਾ ਕੋਟਾਨਕੋਟ ਧੰਨਵਾਦ ਕਰਾਂਗਾ ਵੀਰ ਰਾਜਵੀਰ ਸਿੰਘ ਜੀ ਦਾ, ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਨਾਲ, ਕਿਉਂਕਿ ਹਿਰਦੇ ਤੋਂ ਉਹਨਾਂ ਨੇ ਹਿਰਦੇ ਦੀ ਗਹਿਰਾਈਆਂ ਤੋਂ ਸੰਗਤਾਂ ਨੂੰ ਅੱਜ ਦੇ ਇਸ ਵਿਸ਼ੇ ਨਾਲ ਜੋੜਿਆ ਹੈ। ਔਰ ਜਿਵੇਂ ਮੇਰੇ ਤੋਂ ਪਹਿਲੇ ਵੀਰ ਹਰਪਾਲ ਜੀ ਨੇ ਆਪ ਜੀ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਸ਼ਨੀਵਾਰ ਨੂੰ ਉਦੋਕੇ ਜੀ ਨੇ ਇੱਥੇ ਸਾਨੂੰ ਸੰਗਤਾਂ ਨੂੰ ਆਉਣ ਵਾਲੇ ਵਿਸ਼ੇ ਦੇ ਉੱਤੇ ਸੰਬੋਧਨ ਕਰਨ ਪਹੁੰਚਣਾ ਹੈ। ਮੈਂ ਸਮਝਦਾ ਤਕਰੀਬਨ ਸਾਰੇ ਉਹਨਾਂ ਦਾ ਨਾਮ ਤੁਸੀਂ ਜਾਣਦੇ ਹੋ ਔਰ ਬਹੁਤ ਆਪ ਜੀ ਨੇ ਤਕਰੀਬਨ YouTube ਤੇ ਸੁਣਿਆ ਹੀ ਹੋਏਗਾ। ਔਰ ਕੋਸ਼ਿਸ਼ ਕਰਨਾ ਜਿੱਥੇ ਆਪ ਆਓ, ਬਾਕੀ ਹੋਰਾਂ ਨੂੰ ਵੀ ਦੱਸੋ ਕਿ ਆਉਣ ਵਾਲੇ ਹਫਤੇ ਦੇ ਪ੍ਰੋਗਰਾਮ ਦੇ ਬਾਰੇ ਸੰਗਤ ਵੱਲ ਤੱਕ ਪਹੁੰਚ ਸਕੇ। ਨਾਲ ਮੈਂ ਫਿਰ ਬੇਨਤੀ ਕਰਾਂਗਾ ਕਿ ਕੱਲ੍ਹ ਤੋਂ ਸਾਡਾ ਅਸੀਂ ਜਿਹੜਾ ਸਮਰ ਕੈਂਪ ਲਗਾਉਣ ਜਾ ਰਹੇ ਹਾਂ, ਜਿਹਦੇ 'ਚ ਸੰਗਤਾਂ ਨੇ ਵਾਜਾ, ਤਬਲਾ, ਕੀਰਤਨ, ਢੋਲਕੀ, ਤੰਤੀ ਸਾਜ਼ ਜਿਹਨਾਂ ਨੇ ਸਿੱਖਣਾ ਹੋਵੇ, ਜਿਹਨਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਾਇਆ, ਆਪ ਜੀ ਜ਼ਰੂਰ ਕਰਾਓ। ਕੱਲ੍ਹ ਤੋਂ ਇਹ ਜਿਹੜਾ ਸਮਰ ਕੈਂਪ ਹੈਗਾ ਵੇ ਹਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਉਹ ਚੱਲੇਗਾ। ਫਿਰ ਸਾਡਾ ਸ਼ਨੀ ਐਤਵਾਰ ਦਾ ਜੋ ਕਲਾਸ ਹੈ ਇਹ ਚੱਲਦੀ ਰਹੇਗੀ ਔਰ 1 ਮਹੀਨੇ ਦਾ ਕੈਂਪ ਹੈ। ਮੈਂ ਆਸ ਕਰਾਂਗਾ ਆਪ ਜੀ ਉਹਦੇ ਜ਼ਰੂਰ ਸ਼ਿਰਕਤ ਕਰੋਗੇ। ਸਾਡੀ ਕੋਸ਼ਿਸ਼ ਹੈ ਕਿ ਗੁਰਸਾਹਿਬ ਦੀ ਬਖਸ਼ੀ ਹੋਈ ਦਾਤ ਗੁਰੂ ਸ਼ਬਦ ਅਸੀਂ ਜੋੜ ਸਕੀਏ। ਹੋ ਸਕਦਾ ਅਸੀਂ ਕਿੱਥੇ ਵਿੱਚ ਵਿਫਲ ਹੀ ਹੋਵਾਂਗੇ, ਤੁਹਾਡੀ ਸੇਵਾ ਕਿੱਥੇ ਅਸੀਂ ਸੇਵਾ ਦੇ ਅਨੁਸਾਰ ਆਪ ਦੀ ਇੱਛਾ ਦੇ ਅਨੁਸਾਰ ਅਸੀਂ ਹੋ ਸਕਦਾ ਸੇਵਾ ਆਪ ਦੀ ਨਾ ਕਰ ਸਕਦੀ ਹੋਈਏ, ਉਹਦੀ ਅਸੀਂ ਮਾਫੀ ਚਾਹੁੰਦੇ ਹਾਂ। ਆਸ ਹੈ ਅਸੀਸ ਬਖਸ਼ੋਗੇ, ਆਗੂ ਨਹੀਂ ਚਿਤਾਰੋਗੇ। ਫਤਿਹ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਸੰਗਤਾਂ ਦੇ ਲਈ ਗੁਰੂ ਕਾ ਲੰਗਰ ਗੁਰਦੁਆਰਾ ਮਾਤਾ ਸੁੰਦਰੀ ਲੰਗਰ ਹਾਲ ਵਿੱਚ ਤਿਆਰ ਹੈ। ਸਭ ਨੇ ਲੰਗਰ ਛਕ ਕਰਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਅਗਲੇ ਹਫਤੇ ਸ਼ਨੀਚਰਵਾਰ ਨੂੰ 11 ਵਜੇ ਆਪਾਂ ਫਿਰ ਇੱਥੇ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।